ਨਵੰਬਰ 2019 ਤੋਂ ਲੈ ਕੇ ਮਈ ਜਿਹੜਾ ਹੈਗਾ 2020 ਤੱਕ, ਯਾਨੀ ਕਿ ਇਸ ਦੌਰਾਨ ਲਗਭਗ 55 ਤੋਂ ਵੱਧ, ਲਗਭਗ ਮੋਰ ਦੈਨ 55 ਜਿਹੜੀਆਂ ਸੇਲ ਡੀਡ ਰਜਿਸਟਰੀਆਂ ਬਣੀਆਂ, ਲੋਕਾਂ ਨੇ ਜ਼ਮੀਨ ਖਰੀਦੀ। ਉਹ ਜ਼ਮੀਨ ਖਰੀਦੀ ਜਿਹੜੀ ਜ਼ਮੀਨ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਸੀ ਜੇਕਰ ਉਹਨਾਂ ਦੇ ਨਾਂ ਹੁੰਦੀ। ਜਿਨ੍ਹਾਂ ਲੋਕਾਂ ਨੇ ਰਿਕਾਰਡ ਨਾਲ ਟੈਂਪਰਿੰਗ ਕੀਤੀ, ਜਿਨ੍ਹਾਂ ਨੇ ਲੋਕਾਂ ਨੇ ਰਿਕਾਰਡ ਨਾਲ ਛੇੜਛਾੜ ਕੀਤੀ, ਜਿਨ੍ਹਾਂ ਨੇ ਰਿਕਾਰਡ ਚੇਂਜ ਕੀਤਾ, ਫਰਜ਼ੀਵਾਦਾ ਜਾਲੀ ਰਿਕਾਰਡ ਤਿਆਰ ਕੀਤਾ, ਉਹਨਾਂ ਦੇ ਖਿਲਾਫ ਹਜੇ ਤੱਕ ਕਿਸੇ ਦੀ ਕੋਈ ਅਰੈਸਟ ਨਹੀਂ ਹੋਈ, ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ, ਬਲਕਿ ਦੋਸ਼ੀ ਜਿਹੜੇ ਸ਼ਰੇਆਮ ਉਸੇ ਤਰ੍ਹਾਂ ਘੁੰਮ ਰਹੇ ਨੇ। ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਉਹਨੂੰ ਖਰੀਦ ਕੇ ਉਹਨੂੰ ਕਮਰਸ਼ੀਅਲ ਬਣਾ ਕੇ ਪੰਜਾਬ ਸਰਕਾਰ ਤੋਂ, ਗਵਰਨਮੈਂਟ ਆਫ ਇੰਡੀਆ ਤੋਂ ਮੁਆਵਜ਼ਾ ਲੈਣਾਗਾ। ਉਹਨੂੰ ਕਮਰਸ਼ੀਅਲ ਬਣਾਇਆ ਜਾ ਰਿਹਾ, ਉਹਨੂੰ ਤਬਦੀਲ ਕੀਤਾ ਜਾ ਰਿਹਾ। ਉਹਨਾਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਆਹ ਜ਼ਮੀਨ ਜਿਹੜੀ ਆ, ਇਸ ਜ਼ਮੀਨ ਦੇ ਉੱਤੇ ਰੋਡ ਬਣਨਾਗਾ। ਉਹ ਜ਼ਮੀਨ ਜਿਹੜੀ ਆ ਸਸਤੇ ਭਾਅ ਤੇ ਕਿਸਾਨਾਂ ਤੋਂ ਲੈ ਲਈ ਔਰ ਉਹਦੇ ਹੁਣ ਮਹਿੰਗੇ ਭਾਅ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਲੈਣਗੇ। ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਕਿਸਾਨ ਜਿਹੜੇ ਗਰੀਬ ਨੇ, ਜਿਹੜੇ ਇਲਿਟਰੇਟ ਨੇ, ਜਿਹੜੇ ਅਨਪੜ੍ਹ ਸੀ, ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਕਿ ਇੱਥੇ ਰੋਡ ਨਿਕਲਣੀ, ਉਹਨੂੰ ਬਹੁਤ ਵੱਡਾ ਚੂਨਾ ਜਿਹੜਾ ਲੱਗਿਆ। ਅਜੀਤ ਕੌਰ ਤੇ ਉਹਨਾਂ ਦੀ ਨੂੰਹ ਨੇ ਮੋਗੇ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਆ, ਪਰ ਲੇਕਿਨ ਪੰਜਾਬ ਸਰਕਾਰ ਨੇ ਇਸ ਤੇ ਕੋਈ ਵੀ ਜਿਹੜਾ ਹੈਗਾ ਸਟੈਪ ਨਹੀਂ ਲਿਆ ਹੈਗਾ। ਤੁਹਾਡਾ ਸਾਰਿਆਂ ਦਾ ਬੜੇ ਛੋਟੇ ਨੋਟਸ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ। ਅੱਜ ਇੱਕ ਬਹੁਤ ਵੱਡਾ ਮੈਂ ਸਮਝਦਾ ਸਕੈਂਡਲ, ਜਿਹੜਾ ਕਿ ਇਹ ਸਕੈਂਡਲ ਪਹਿਲਾਂ ਵੀ ਬਹੁਤ ਹੁੰਦੇ ਆਏ ਨੇ। 2007 ਤੋਂ ਲੈ ਕੇ 2017 ਤੱਕ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਹੋਏ ਸੀ। ਉਸੇ ਤਰਜ਼ ਤੇ, ਉਸੇ ਸਟਾਈਲ ਦੇ ਵਿੱਚ, ਉਸੇ ਤਰੀਕੇ ਦੇ ਨਾਲ ਜਿਹੜੇ ਉਹ ਘਪਲੇ ਸੀ, ਜਿਹੜੇ ਸਕੈਂਡਲ ਸੀ, ਜਿਹੜਾ ਮਾਫੀਆ ਸੀ, ਹੁਣ ਵੀ ਪੰਜਾਬ 'ਚ ਉਸੇ ਤਰੀਕੇ ਕੰਮ ਕਰ ਰਿਹਾ। ਮੋਗਾ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਤੱਕ ਜਿਹੜਾ ਨੈਸ਼ਨਲ ਹਾਈਵੇ ਆ, ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਤੱਕ, ਉਹਦੇ ਵਿੱਚ 105B ਜਿਹੜੀ ਰੋਡ ਨਿਕਲਣੀ ਆ, ਜਿਹੜੀ ਕਿ ਧਰਮਕੋਟ ਹਲਕੇ ਵਿੱਚ ਦੀ ਹੁੰਦੀ ਹੋਈ ਲਹਾਰਾ ਚੌਂਕ ਤੋਂ ਲੰਡੇ ਕੇ, ਧੱਲੇ ਕੇ, ਦੁੰਨੇ ਕੇ, ਮੋਗਾ ਮਹਿਲਾ ਸਿੰਘ ਹੁੰਦੀ ਹੋਈ ਬਾਘਾ ਪੁਰਾਣਾ ਜਾਣੀਆਂ, ਜਿਹਦੇ ਵਿੱਚ ਮੈਂ ਸਮਝਦਾ ਰਾਮਪੁਰਾ ਫੂਲ, ਬਾਜਾਖਾਨਾ, ਮੋਗਾ, ਇਹਦਾ ਬਹੁਤ, ਇਸ ਹਲਕਿਆਂ ਦਾ ਬਹੁਤ ਵੱਡਾ ਹਿੱਸਾ ਉਹਦੇ ਵਿੱਚ ਆਉਣਾਗਾ। ਉਹਦਾ ਇੱਕ ਬਹੁਤ ਵੱਡਾ ਸਕੈਂਡਲ ਸਾਹਮਣੇ ਆਇਆਗਾ ਕਿ ਕਿਸ ਤਰ੍ਹਾਂ ਅਧਿਕਾਰੀ, ਕਿਸ ਤਰ੍ਹਾਂ ਪੋਲੀਟੀਸ਼ੀਅਨ, ਕਿਸ ਤਰ੍ਹਾਂ ਲੋਕਲ ਵਿਅਕਤੀ ਰਲ ਕੇ ਜਿਹੜੇ ਹੈਗੇ ਨੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਨੂੰ ਸਸਤੇ ਭਾਅ ਤੇ ਲੈ ਕੇ ਅੱਗੇ ਸਰਕਾਰ ਨੂੰ ਜਿਹੜੀ ਹੈਗੀ ਆ, ਸਰਕਾਰ ਤੋਂ ਮੁਆਵਜ਼ਾ ਲੈਣਗੇ। ਇਹ ਮੇਨ ਇਹਦਾ ਕਰੈਕਸ ਆ। ਇੱਕ ਨੋਟੀਫਿਕੇਸ਼ਨ, ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਮਿਤੀ 10/1/2020 ਨੂੰ ਪ੍ਰੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਹਦੇ ਤਹਿਤ ਜਿਹੜਾ ਹੈਗਾ ਸੀ ਇਹ ਇਲਾਕੇ ਦੀ ਆਈਡੈਂਟੀਫਿਕੇਸ਼ਨ ਹੋਈ ਸੀ ਕਿ ਇਸ ਇਲਾਕੇ ਦੇ ਵਿੱਚ ਆਹ ਰੋਡ ਜਿਹੜੀ ਹੈਗੀ ਆ ਉਹ ਰੋਡ ਲੰਘਣੀ ਆ। ਉਸ ਤੋਂ ਬਾਅਦ ਉਹ ਆਬਜੈਕਸ਼ਨਾਂ ਦਾ ਦੌਰ, ਆਬਜੈਕਸ਼ਨ ਲੈਣੇ ਹੁੰਦੇ ਨੇ, ਪਰ ਲੇਕਿਨ ਸੈਕੰਡ ਨੋਟੀਫਿਕੇਸ਼ਨ 'ਚ ਜਿਹੜਾ ਫਾਈਨਲ ਨੋਟੀਫਿਕੇਸ਼ਨ ਸੀਗਾ ਉਹ 21/5/2020 ਨੂੰ ਹੋਇਆ। ਉਸ ਤੋਂ ਬਾਅਦ ਜਿਹੜਾ 3D ਨੋਟੀਫਿਕੇਸ਼ਨ ਹੁੰਦਾਗਾ, 3D ਨੋਟੀਫਿਕੇਸ਼ਨ ਹੁੰਦਾਗਾ ਉਹ ਹੈਗਾ 22/5/2020 2020 ਨੂੰ 22/5/2020 ਨੂੰ ਫਾਈਨਲ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਜਾਰੀ ਹੋ ਗਿਆ, ਯਾਨੀ ਕਿ ਇਹ ਜ਼ਮੀਨ, ਇਹ ਰੋਡ ਵਾਸਤੇ ਜ਼ਮੀਨ ਅਕਵਾਇਰ ਕਰਨੀ ਆ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪਹਿਲਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 10/1/2020 ਨੂੰ ਹੋਇਆ ਸੀਗਾ। ਉਸ ਤੋਂ ਬਾਅਦ ਨਵੰਬਰ 2019 ਤੋਂ ਲੈ ਕੇ ਮਈ ਜਿਹੜਾ ਹੈਗਾ 2020 ਤੱਕ, ਯਾਨੀ ਕਿ ਇਸ ਦੌਰਾਨ ਲਗਭਗ 55 ਤੋਂ ਵੱਧ, ਲਗਭਗ ਮੋਰ ਦੈਨ 55 ਜਿਹੜੀਆਂ ਸੇਲ ਡੀਡ ਰਜਿਸਟਰੀਆਂ ਬਣੀਆਂ, ਲੋਕਾਂ ਨੇ ਜ਼ਮੀਨ ਖਰੀਦੀ। ਉਹ ਜ਼ਮੀਨ ਖਰੀਦੀ ਜਿਹੜੀ ਜ਼ਮੀਨ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਸੀ ਜੇਕਰ ਉਹਨਾਂ ਦੇ ਨਾਂ ਹੁੰਦੀ। ਇਹ ਅੱਗੇ ਜਾ ਕੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ, ਉਦਾਹਰਨ ਵੀ ਕਿਹੜੇ ਕਿਸ ਕਾਰਨ ਨੇ ਫਰਾਡ ਹੋਇਆ। ਸੋ ਮੇਜਰ ਜਿਹੜੀ ਜ਼ਮੀਨ ਆ, ਇਹਦੇ 'ਚ ਬਹੁਤ ਵੱਡਾ ਇੱਕ ਹੋਰ ਆ ਕਿ ਜਿਹੜੀ ਜ਼ਮੀਨ ਆ, ਜਿਹੜੀ ਐਗਰੀਕਲਚਰ ਜ਼ਮੀਨ ਆ, ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ, ਉਹਨੂੰ ਖਰੀਦ ਕੇ ਉਹਨੂੰ ਕਮਰਸ਼ੀਅਲ ਬਣਾ ਕੇ ਪੰਜਾਬ ਸਰਕਾਰ ਤੋਂ, ਗਵਰਨਮੈਂਟ ਆਫ ਇੰਡੀਆ ਤੋਂ ਮੁਆਵਜ਼ਾ ਲੈਣਾਗਾ। ਉਹਨੂੰ ਕਮਰਸ਼ੀਅਲ ਬਣਾਇਆ ਜਾ ਰਿਹਾ, ਉਹਨੂੰ ਤਬਦੀਲ ਕੀਤਾ ਜਾ ਰਿਹਾ। ਉਹਦੀ ਜਿਹੜੀ ਕਿਸਮ ਆ ਉਹ ਤਬਦੀਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਮੁਆਵਜ਼ਾ ਵੱਧ ਤੋਂ ਵੱਧ ਲਿਆ ਜਾਵੇ। ਇਹਦੇ ਨਾਲ ਇੱਕ ਤਾਂ ਸਰਕਾਰੀ ਖਜ਼ਾਨੇ ਨੂੰ ਬਹੁਤ ਵੱਡੀ ਪੱਧਰ ਤੇ ਚੂਨਾ ਲੱਗੂਗਾ, ਕਿਉਂਕਿ ਐਗਰੀਕਲਚਰ ਜ਼ਮੀਨ ਦਾ ਰੇਟ ਘੱਟ ਹੁੰਦਾ, ਕਮਰਸ਼ੀਅਲ ਜ਼ਮੀਨ ਦਾ ਵੱਧ ਹੁੰਦਾ। ਔਰ ਦੂਜਾ, ਜਿਹੜੇ ਕਿਸਾਨ ਨੇ ਜ਼ਮੀਨ ਵੇਚਤੀ, ਉਹਨੇ ਤਾਂ ਆਮ ਨਾਰਮਲ ਭਾਅ ਤੇ ਜ਼ਮੀਨ ਵੇਚੀ ਆ। ਉਹਨੇ ਤਾਂ ਜ਼ਮੀਨ ਜਿਹੜੀ ਹੈਗੀ ਆ ਰੂਟੀਨ 'ਚ, ਜਿਵੇਂ ਆਪਾਂ ਜ਼ਮੀਨ ਖਰੀਦਦੇ ਆ ਵੇਚਦੇ ਆ, ਉਸ ਤਰ੍ਹਾਂ ਵੇਚੀ ਆ, ਪਰ ਲੇਕਿਨ ਸਰਕਾਰ ਤੋਂ ਉਹਨੂੰ ਕਈ ਗੁਣਾ ਜਿਹੜਾ ਮੁਆਵਜ਼ਾ ਮਿਲਣਾ ਸੀ ਉਹ ਮੁਆਵਜ਼ੇ ਤੋਂ ਰਹਿ ਗਿਆ। ਉਹਦਾ ਜਿਹੜਾ ਹੈਗਾ ਮੁਆਵਜ਼ਾ ਗਾ ਉਹ ਇਹ ਜਿਹੜਾ ਲੈਂਡ ਮਾਫੀਆ ਗਾ,
ਜਿਹੜੇ ਆਫੀਸਰ ਸਾਹਿਬਾਨ ਨੇ, ਜਿਹੜੇ ਪੋਲੀਟੀਸ਼ੀਅਨ ਨੇ, ਜਿਨ੍ਹਾਂ ਨੂੰ ਪਤਾ ਸੀਗਾ, ਜਿਹੜੇ ਕਾਨੂੰਗੋ ਤੋਂ ਲੈ ਕੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ, ਐਸਡੀਐਮ ਤੱਕ, ਡੀਸੀ ਤੱਕ, ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਆਹ ਜ਼ਮੀਨ ਜਿਹੜੀ ਆ, ਇਸ ਜ਼ਮੀਨ ਦੇ ਉੱਤੇ ਰੋਡ ਬਣਨਾਗਾ, ਉਹ ਜ਼ਮੀਨ ਜਿਹੜੀ ਆ ਸਸਤੇ ਭਾਅ ਤੇ ਕਿਸਾਨਾਂ ਤੋਂ ਲੈ ਲਈ ਔਰ ਉਹਦੇ ਹੁਣ ਮਹਿੰਗੇ ਭਾਅ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਲੈਣਗੇ। ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਕਿਸਾਨ ਜਿਹੜੇ ਗਰੀਬ ਨੇ, ਜਿਹੜੇ ਇਲਿਟਰੇਟ ਨੇ, ਜਿਹੜੇ ਅਨਪੜ੍ਹ ਸੀ, ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਕਿ ਇੱਥੇ ਰੋਡ ਨਿਕਲਣੀ, ਉਹਨੂੰ ਬਹੁਤ ਵੱਡਾ ਚੂਨਾ ਜਿਹੜਾ ਲੱਗਿਆ। ਇਹ 2017 ਤੋਂ ਪਹਿਲਾਂ ਵੀ ਜਿੰਨੀਆਂ ਰੋਡਾਂ, ਚਾਹੇ NH 71 ਨਿਕਲੀ ਸੀ, ਚਾਹੇ NH 64 ਨਿਕਲੀ ਸੀ, 64 ਤੇ 71, ਉਦੋਂ ਵੀ ਬਹੁਤ ਵੱਡਾ ਕਪੜਾ ਹੋਇਆ ਸੀ। ਉਦੋਂ ਵੀ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਬਰਗਲਾ ਕੇ ਉਹਨਾਂ ਦੀ ਨਾ ਸਮਝੀ ਦਾ ਫਾਇਦਾ ਉਠਾਉਂਦੇ ਹੋਏ ਉਸ ਸਮੇਂ ਦੀ ਸਰਕਾਰ ਦੇ ਮਿਨਿਸਟਰਾਂ ਨੇ, MLA ਸਾਹਿਬਾਨ ਨੇ ਔਰ ਜਿਹੜੇ ਹੋਰ ਵਿਅਕਤੀ ਸੀ, ਜਿਹੜੇ ਦਲਾਲ ਸੀ ਜਾਂ ਜਿਹੜੇ ਲੈਂਡ ਮਾਫੀਆ ਚਲਾਉਂਦੇ ਸੀ, ਉਹਨਾਂ ਨੇ ਜਿਹੜਾ ਹੈਗਾ ਬਹੁਤ ਵੱਡੀ ਠੱਗੀ ਪੰਜਾਬ ਦੇ ਲੋਕਾਂ ਨਾਲ ਮਾਰੀ ਸੀਗੀ। ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ, ਪਰ ਅਫਸੋਸ ਦੀ ਗੱਲ ਆ ਕਿ ਕੋਈ ਜਾਂਚ ਨਹੀਂ ਹੋਈ, ਸਭ ਨੂੰ ਕਲੀਨ ਚਿੱਟ ਮਿਲ ਗਈ। ਹੁਣ ਉਸੇ ਤਰ੍ਹਾਂ ਦਾ, ਉਸੇ ਸਟਾਈਲ ਦੇ ਵਿੱਚ ਇਹ ਵੀ ਕਪੜਾ ਨਵਾਂ ਸਾਹਮਣੇ ਆਏਗਾ। ਇਹ ਜਿਹੜੀ ਮਾਲ ਮਹਿਕਮੇ ਦੇ ਮਿਨਿਸਟਰ ਸਾਹਿਬਾਨ ਗੁਰਪ੍ਰੀਤ ਸਿੰਘ ਜੀ ਕਾਂਗੜ, ਉਹਨਾਂ ਦੇ ਹਲਕੇ ਦਾ ਹਿੱਸਾ ਇਸ ਜਿਹੜੀ ਜ਼ਮੀਨ ਐਕਵਾਇਰ ਹੋਈ ਹੈ ਇਹਦੇ ਵਿੱਚ ਆਉਂਦਾ ਗਾ। ਇਹਦੇ ਨਾਲ ਦੀ ਨਾਲ ਦੂਜੇ MLA ਸਾਹਿਬਾਨ, ਜਿਹੜੇ MLA ਸਾਹਿਬਾਨ ਨੇ ਮੋਗੇ ਤੋਂ, ਹਰਜੋਤ ਕਮਲ ਜੀ ਦਾ ਹਿੱਸਾ ਬਹੁਤ ਆਉਂਦਾ ਗਾ। ਹਰਜੋਤ ਕਮਲ ਜੀ ਦੇ ਰਿਸ਼ਤੇਦਾਰ, ਦੋਸਤ ਮਿੱਤਰ, ਉਹਨਾਂ ਨਾਲ ਕੰਮ ਕਰਦੇ ਵਿਅਕਤੀ ਇਸ ਲੈਂਡ ਮਾਫੀਏ ਸ਼ਾਮਲ ਨੇ। ਸਾਰਿਆਂ ਨੇ ਆਪਦੇ ਇਸ ਲੈਂਡ ਮਾਫੀਆ ਦੇ ਵਿੱਚ ਆਪਣੇ ਹੱਥ ਰੰਗੇ ਹੋਏ ਨੇਗੇ। ਸਾਰੇ ਵਿਅਕਤੀ ਜਿਹੜੇ ਹੈਗੇ ਨੇਗੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ, ਆਪਣੇ ਦੋਸਤਾਂ ਦੇ ਨਾਮ ਤੇ ਬੇਨਾਮੀ ਟ੍ਰਾਂਜੈਕਸ਼ਨ ਕਰਕੇ ਜਿਹੜਾ ਸਰਕਾਰ ਦਾ ਵੀ ਚੂਨਾ ਲਾਇਆ ਔਰ ਆਮ ਭੋਲੇ ਭਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਿਆ। ਇੱਕ ਰਜਿਸਟਰੀ ਆ, ਮੈਂ ਦਿਖਾਉਣਾ ਤੁਹਾਨੂੰ। ਮਨਜੀਤ ਕੌਰ ਵਿਧਵਾ ਗੀ, ਉਹਦੀ ਜ਼ਮੀਨ ਖਰੀਦੀ ਗਈ ਆ 14/3/2020 ਨੂੰ। 14/3/2020 ਨੂੰ ਉਹਦੀ ਜ਼ਮੀਨ ਖਰੀਦੀ ਗਈ ਆ। ਜ਼ਮੀਨ ਦੀ ਪਾਵਰ ਆਫ ਅਟਾਰਨੀ ਲਈ ਆ ਕਿ ਤੇਰੀ ਜ਼ਮੀਨ ਨੂੰ ਅਸੀਂ ਅੱਗੇ ਵੇਚ ਸਕਦੇ ਹਾਂ। 14/3 ਨੂੰ ਪਾਵਰ ਆਫ ਅਟਾਰਨੀ ਲਈ, 14/3 ਨੂੰ ਹੀ ਉਸ ਦੀ ਸੇਲ ਡੀਡ ਹੋ ਜਾਂਦੀ ਆ ਸੇਮ ਡੇ ਤੇ, 14/3 ਨੂੰ ਹੀ ਉਹਦਾ ਇੰਤਕਾਲ ਹੋ ਜਾਂਦਾ ਗਾ, ਉਹਦੀ ਮਟੇਸ਼ਨ ਚੇਂਜ ਹੋ ਜਾਂਦੀ ਆ। ਯਾਨੀ ਕਿ ਪ੍ਰਸ਼ਾਸਨ 24 ਆਵਰ ਦੇ ਵਿੱਚ ਉਹ ਸਾਰੀ ਜ਼ਮੀਨ ਦਾ ਜਿਹੜਾ ਹੈਗਾ ਮਲਕੀਅਤ ਚੇਂਜ ਕਰ ਦਿੰਦਾ। ਜਦ ਕਿ ਆਮ ਤੌਰ ਤੇ ਆ ਵੀ ਜਦੋਂ ਜ਼ਮੀਨ ਖਰੀਦਦੇ ਆ ਤਾਂ ਮਹੀਨਾ 2 ਮਹੀਨੇ ਤੋਂ ਬਾਅਦ ਵੈਰੀਫਿਕੇਸ਼ਨ ਹੁੰਦੀ ਆ, ਪਟਵਾਰੀ ਜਾਂਦੇ ਨੇਗੇ, ਕਾਨੂੰਗੋ ਜਾਂਦਾ ਗਾ, ਉਹ ਹੋਣ ਤੋਂ ਬਾਅਦ ਜਿਹੜੀ ਆ ਮਟੇਸ਼ਨ ਚੇਂਜ ਹੁੰਦੀ ਆ। ਪਰ ਲੇਕਿਨ ਇਹਦੇ ਵਿੱਚ ਕੀ ਆ, ਸੇਲ ਡੀਡ ਸਿੱਧੀ ਨਹੀਂ ਹੋਈ। ਸੇਲ ਡੀਡ ਹੋਣ ਤੋਂ ਪਹਿਲਾਂ ਪਾਵਰ ਆਫ ਅਟਾਰਨੀ ਲਈ ਗਈ, ਪਾਵਰ ਆਫ ਅਟਾਰਨੀ ਲੈਣ ਤੋਂ ਬਾਅਦ ਸੇਲ ਡੀਡ ਉਸੇ ਦਿਨ। ਜੇਕਰ ਬਹੁਤ ਵੱਡਾ ਸਵਾਲ ਆ ਕਿ ਜੇਕਰ ਉਸ ਵਿਅਕਤੀ ਨੇ, ਮਨਜੀਤ ਕੌਰ ਨੇ ਜ਼ਮੀਨ ਵੇਚੀ ਸੀ, ਜੇਕਰ ਉਹ ਜ਼ਮੀਨ ਜਿਹੜੀ ਆ ਉਹਨੂੰ ਪਾਵਰ ਆਫ ਅਟਾਰਨੀ ਕਰਾਉਣ ਦੀ ਕੀ ਲੋੜ ਸੀ? ਜੇਕਰ ਉਹਨੇ ਸੇਲ ਡੀਡ ਕਰਾਉਣੀ ਸੀ, ਜੇ ਉਸੇ ਦਿਨ ਸੇਲ ਡੀਡ ਹੋਣੀ ਸੀਗੀ ਤਾਂ ਫਿਰ ਉਹ ਪਾਵਰ ਆਫ ਅਟਾਰਨੀ ਨਾ ਕਰਾਉਂਦੀ। ਇਸ ਗੱਲ ਦਾ ਸੰਕੇਤ ਆ ਕਿ ਹਾਂ ਉਸ ਔਰਤ ਦੇ ਨਾਲ ਕਪੜਾ ਹੋਇਆ, ਕਿਉਂਕਿ ਉਹ ਵਿਧਵਾ ਗੀ, ਉਹਦਾ ਬੱਚਾ ਜਿਹੜਾ ਹੈਗਾ ਉਹ ਇਸ ਕਾਬਲ ਨਹੀਂ ਹੈਗਾ ਕਿ ਉਹਨੂੰ ਅੰਡਰਸਟੈਂਡ ਕਰ ਸਕੇ ਕਿਸੇ ਨਾ ਕਿਸੇ ਕਾਰਨ। ਸੋ ਉਹਦੀ ਜਿਹੜੀ ਜ਼ਮੀਨ ਦੀ ਕੀਮਤ ਆ, ਉਹ ਜ਼ਮੀਨ ਦੀ ਕੀਮਤ ਉਦੋਂ ਦਿੱਤੀ ਗਈ 61 ਲੱਖ ਰੁਪਈਆ, 61 ਲੱਖ ਰੁਪਏ ਜਿਹੜੇ ਹੈਗੇ ਨੇਗੇ ਉਹਨੂੰ ਉਹਦੇ ਨਾਂ ਤੇ ਜਿਹੜੀ ਆ ਹੋਈ ਆ। ਪਰ ਲੇਕਿਨ ਉਹਦੀ ਜਿਹੜੀ ਬਾਜ਼ਾਰੀ ਕੀਮਤ ਆ, ਜਿਹੜੀ ਉਸ ਦੀ ਗੌਰਮੈਂਟ ਆਫ ਇੰਡੀਆ ਨੇ, ਗੌਰਮੈਂਟ ਆਫ ਪੰਜਾਬ ਨੇ ਜਾਂ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆ ਜਿਹੜੀ ਪੇ ਕਰਨੀ ਆ, ਉਹ 1,88 ਲੱਖ। ਜਿਹੜੀ ਜ਼ਮੀਨ ਮਨਜੀਤ ਕੌਰ ਦੀ ਆ ਉਹਦੀ ਜਿਹੜੀ ਕੀਮਤ ਸਰਕਾਰ ਨੇ ਪੇ ਕਰਨੀ ਆ ਉਹ ਆ 1,88 ਲੱਖ। ਜਦ ਕਿ ਉਹਨੂੰ ਪੈਸੇ ਕਿੰਨੇ ਮਿਲਣੇ? ਸਿਰਫ ਤੇ ਸਿਰਫ 61 ਲੱਖ। ਹਜੇ ਜਿਹੜੇ ਉਹਦੇ ਪੈਸੇ ਰਹਿੰਦੇ ਵੀ ਨੇ, ਚਲੋ ਉਹਨਾਂ ਦਾ ਡਿਸਪਿਊਟ ਬਿਟਵੀਨ ਹੋਣਾਗਾ। ਪਰ ਲੇਕਿਨ ਜਿਹੜੀ ਵੱਡਾ ਉਦਾਹਰਣ ਹੈ ਇਸ ਗੱਲ ਦੀ ਆ ਕਿ ਇਸ ਵਿਅਕਤੀ ਦੀ ਜ਼ਮੀਨ, ਮਨਜੀਤ ਕੌਰ ਦੀ ਜ਼ਮੀਨ ਜਿਹਦੀ 61 ਲੱਖ ਦੀ ਰਜਿਸਟਰੀ ਹੋਈ ਆ, ਉਹਦੀ ਕੀਮਤ ਗੌਰਮੈਂਟ ਨੇ ਅਦਾ ਕਰਨੀ ਆ 1,88 ਲੱਖ। ਸੋ ਇਸ ਗੱਲ ਦਾ ਸਪਸ਼ਟ ਆ ਕਿ ਕਿੱਡਾ ਵੱਡਾ ਜਿਹੜਾ ਇਹ ਸਕੈਮ ਜਿਹੜਾ ਸਾਹਮਣੇ ਆ ਰਿਹਾ। ਸੋ ਇਹਦੇ ਵਿੱਚ 2 ਵਿਅਕਤੀਆਂ ਦੇ ਨਾਮ ਬੜੇ ਸਪਸ਼ਟ ਨੇ ਕਿ ਪੰਜਾਬ ਦੇ ਜਿਹੜੇ ਮਾਲ ਮਹਿਕਮੇ ਦੇ ਮਿਨਿਸਟਰ ਨੇ ਗੁਰਪ੍ਰੀਤ ਸਿੰਘ ਕਾਂਗੜ, ਹਰਜੋਤ ਕਮਲ MLA ਮੋਗਾ, ਇਹਨਾਂ ਦੋਨਾਂ ਵਿਅਕਤੀਆਂ ਨੇ ਇਸ ਸਕੈਮ ਦੇ ਵਿੱਚ ਆਪਣੇ ਹੱਥ ਰੰਗੇ ਨੇ ਔਰ ਬਹੁਤ ਭੋਲੇ ਭਾਲੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਸਸਤੇ ਰੇਟਾਂ ਤੇ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਲੈਂਡ ਮਾਫੀਆ ਦੇ ਬੰਦਿਆਂ ਨਾਲ ਰਲ ਕੇ ਦਬਾਏ ਨੇ ਔਰ ਇਹ ਬਹੁਤ ਵੱਡਾ ਕਪੜਾ ਹੋਇਆਗਾ। ਇਹਦੇ ਸੰਬੰਧੀ 2 ਬੜੇ ਜਿਹੜੇ ਹੈਗੇ ਨੇ, ਇੱਕ ਮੋਗੇ ਦੇ ਕੋਈ ਕਾਂਗਰਸ ਦੇ ਲੀਡਰ ਨੇਗੇ, ਰਵੀ ਗਰੇਵਾਲ, ਵਕੀਲ ਰਵੀ ਗਰੇਵਾਲ, ਉਹਨਾਂ ਨੇ ਵੀ ਆਪਣੀ ਸਰਕਾਰ ਤੇ ਦੋਸ਼ ਲਾਏ ਨੇ ਕਿ ਸਾਡੀ ਸਰਕਾਰ ਦੇ ਵਿੱਚ MLA ਸਾਹਿਬਾਨ, ਮਿਨਿਸਟਰ ਸਾਹਿਬਾਨ ਵੱਡੇ ਘਪਲੇ ਕਰ ਰਹੇ ਨੇ। ਯਾਨੀ ਇਸ ਗੱਲ ਦੀ ਮੈਂ ਤਾਂ ਤੁਹਾਨੂੰ ਕਹਿਣਾਗਾ ਕਿ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੀ ਇਸ ਗੱਲ ਤੇ ਦੋਸ਼ ਲਾ ਰਹੇ ਕਿ ਸਾਡੀ ਸਰਕਾਰ ਦੇ ਵਿੱਚ
ਉਸੇ ਤਰ੍ਹਾਂ ਮਾਫੀਆ ਚੱਲ ਰਿਹਾ, ਉਸੇ ਤਰ੍ਹਾਂ ਲੁੱਟ ਖਸੁੱਟ ਹੋ ਰਹੀ ਆ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਸਮੇਂ 'ਚ ਹੁੰਦੀ ਸੀਗੀ। ਸੋ ਇਹਦੇ ਆ ਜਿਹੜੀ ਮੈਂ ਦੂਜੀ ਤੁਹਾਨੂੰ ਇੱਕ ਤਸਵੀਰ ਦਿਖਾ ਦਿਆਂ ਕਿ ਮਨਜੀਤ ਕੌਰ ਬੈਠੀ ਆ ਸੇਮ ਦੇ ਮਨਜੀਤ ਕੌਰ ਤੇ ਉਹਨਾਂ ਦੀ ਨੂੰਹ ਨੇ ਮੋਗੇ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਆ, ਪਰ ਲੇਕਿਨ ਪੰਜਾਬ ਸਰਕਾਰ ਨੇ ਇਸ ਤੇ ਕੋਈ ਵੀ ਜਿਹੜਾ ਹੈਗਾ ਸਟੈਪ ਨਹੀਂ ਲਿਆ ਹੈਗਾ। ਸੋ ਇਸ ਗੱਲ ਕਰਕੇ ਅੱਜ ਅਸੀਂ ਪੰਜਾਬ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਆ, ਕਿਉਂਕਿ ਇਹ ਪਹਿਲਾਂ ਵੀ, ਇਸ ਤੋਂ ਪਹਿਲਾਂ ਵੀ ਇੱਕ ਸਕੈਮ ਹੋਇਆ ਸੀ। ਤੁਹਾਨੂੰ ਯਾਦ ਹੋਊਗਾ ਕਿ ਮੋਗੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੋਲਦੀ ਜ਼ਮੀਨ ਜਦੋਂ ਨੈਸ਼ਨਲ ਹਾਈਵੇ 71 ਹੋਣ 'ਚ ਆਇਆ ਸੀ, ਉਦੋਂ ਵੀ ਘਪਲਾ ਸਾਹਮਣੇ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੋਲਦੀ ਜ਼ਮੀਨ ਦਾ ਜਾਲੀ ਵਾ ਫਰਜ਼ੀ ਰਿਕਾਰਡ ਤਿਆਰ ਕਰਕੇ ਉਹ ਜਿਹੜੀ ਜ਼ਮੀਨ ਆ ਵੇਚੀ ਗਈ ਆ, ਉਹਦੀ ਜਿਹੜਾ ਮੁਆਵਜ਼ਾ ਲਿਆ ਗਿਆ, ਔਰ ਉਸ ਸਮੇਂ ਵੀ ਜਿਹੜਾ ਹੈਗਾ ਉਹਦਾ ਹਜੇ ਤੱਕ ਜਿਹੜਾ ਹੈਗਾ ਕੋਈ ਵੀ ਦੋਸ਼ੀ ਨਹੀਂ ਫੜਿਆ ਗਿਆ। ਔਰ ਇਸ ਤੋਂ ਬਿਨਾਂ ਮੋਗੇ ਦੇ ਵਿੱਚ ਮੈਂ ਹੋਰ 2 ਐਗਜ਼ਾਮਪਲਾਂ ਦੇਵਾਂਗਾ ਕਿ ਮੋਗੇ ਦਾ ਇੱਕ ਮਿਸ਼ਨ ਸਕੂਲ ਸੀਗਾ, ਇਹ ਗੁਰੂ ਗ੍ਰੰਥ ਸਾਹਿਬ ਦੀ ਜ਼ਮੀਨ ਦੀ ਗੱਲ ਆ, ਇਹ 71 ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ 71 ਦਾ ਉਹਦਾ ਕਪੜਾ ਸੀਗਾ, ਕੋਈ ਕਾਰਵਾਈ ਨਹੀਂ ਹੋਈ ਹੈਗੀ। ਇਹ 2017 ਤੋਂ ਅਕਾਲੀ ਦਲ ਵੇਲੇ ਦਾ ਕਪੜਾ ਗਾ, ਉਹਨਾਂ ਨੇ ਕੀਤਾ ਸੀਗਾ। ਸੋ ਉਸ ਤੋਂ ਬਿਨਾਂ ਮਿਸ਼ਨ ਸਕੂਲ, ਇੱਕ ਮੋਗੇ ਦਾ ਮਿਸ਼ਨ ਸਕੂਲ ਜਿਹੜਾ ਕਿ 100 ਸਾਲ ਤੋਂ ਪੁਰਾਤਨ ਸਕੂਲ ਆ, ਜਿਹੜਾ ਬਹੁਤ ਵੱਡਾ ਸਕੂਲ ਸੀਗਾ, ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰਦਾ ਸੀਗਾ, ਮਿਸ਼ਨ ਸਕੂਲ ਦਾ ਨਾਮ ਵੱਜਦਾ ਗਾ। ਸੋ ਉਹਦਾ ਵੀ ਕਪੜਾ ਸਾਹਮਣੇ ਆਇਆ ਸੀ। ਉਸ ਸਮੇਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ, ਉਹ ਸੈਸ਼ਨ ਦੇ ਦੌਰਾਨ ਅਸੀਂ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸਰਕਾਰ ਨੇ ਉਦੋਂ ਜਿਹੜਾ ਹੈਗਾ ਪ੍ਰੈਸ਼ਰ ਥੱਲੇ ਆ ਕੇ FIR ਜ਼ਰੂਰ ਦਰਜ ਕੀਤੀ, ਪਰ ਲੇਕਿਨ ਹਜੇ ਤੱਕ ਜਿਨ੍ਹਾਂ ਲੋਕਾਂ ਨੇ ਰਿਕਾਰਡ ਨਾਲ ਟੈਂਪਰਿੰਗ ਕੀਤੀ, ਜਿਨ੍ਹਾਂ ਨੇ ਲੋਕਾਂ ਨੇ ਰਿਕਾਰਡ ਨਾਲ ਛੇੜਛਾੜ ਕੀਤੀ, ਜਿਨ੍ਹਾਂ ਨੇ ਰਿਕਾਰਡ ਚੇਂਜ ਕੀਤਾ, ਫਰਜ਼ੀਵਾਦਾ ਜਾਲੀ ਰਿਕਾਰਡ ਤਿਆਰ ਕੀਤਾ, ਉਹਨਾਂ ਦੇ ਖਿਲਾਫ ਹਜੇ ਤੱਕ ਕਿਸੇ ਦੀ ਕੋਈ ਅਰੈਸਟ ਨਹੀਂ ਹੋਈ, ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ, ਬਲਕਿ ਦੋਸ਼ੀ ਜਿਹੜੇ ਸ਼ਰੇਆਮ ਉਸੇ ਤਰ੍ਹਾਂ ਘੁੰਮ ਰਹੇ ਨੇ। ਉਸ ਤੋਂ ਬਾਅਦ ਉਸੇ ਇੱਕ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੇ ਸਾਹਮਣੇ ਸੈਂਟਰ ਡਿਪਾਰਟਮੈਂਟ ਦੀ, ਸੈਂਟਰਲ ਮਹਿਕਮੇ ਦੀ ਜ਼ਮੀਨ ਸੀ ਜਿਹੜੀ ਉੱਥੇ ਹੈਗੀ ਆ, ਉਹਦੇ ਵਿੱਚ ਲੋਕਾਂ ਨੇ ਸੰਘਰਸ਼ ਕੀਤਾ। ਉਹ ਜ਼ਮੀਨ ਜਿਹੜੀ ਆ ਉਹ ਵੀ ਲੈਂਡ ਮਾਫੀਆ ਮੋਗੇ ਦੇ ਵਿੱਚ ਦੱਬਣ ਲੱਗਿਆ ਸੀਗਾ। ਲੋਕਾਂ ਨੇ ਸੰਘਰਸ਼ ਕੀਤਾ। ਲੋਕਾਂ ਦੇ ਸੰਘਰਸ਼ ਤੋਂ ਬਾਅਦ ਲੋਕਾਂ ਨੇ ਜਦੋਂ ਡਿਪਟੀ ਕਮਿਸ਼ਨਰ ਨੂੰ ਮਜਬੂਰ ਕੀਤਾ ਤਾਂ ਡਿਪਟੀ ਕਮਿਸ਼ਨਰ ਨੂੰ ਉੱਥੇ ਆ ਬੋਰਡ ਲਾਉਣਾ ਪਿਆ। ਕੀ ਲਿਖਿਆ ਇਹਦੇ ਵਿੱਚ? ਇਹ ਪਲਾਟ ਭਾਰਤ ਸਰਕਾਰ ਦੀ ਜਾਇਦਾਦ ਹੈ, ਅਣਅਧਿਕਾਰਿਤ ਪ੍ਰਵੇਸ਼ ਕਰਨ ਵਾਲੇ ਵਿਅਕਤੀ ਤੇ ਫੌਜਦਾਰੀ ਕਾਰਵਾਈ ਕੀਤੀ ਜਾਊ। ਯਾਨੀ ਇਹ ਤਾਂ ਮੈਂ ਦੱਸ ਰਿਹਾ ਤੁਹਾਨੂੰ ਕਿ ਉੱਥੇ ਮੋਗਾ ਜਿਹੜਾ ਹੈਗਾ, ਜਿੱਥੇ ਮੈਂ ਪਹਿਲਾਂ ਵੀ ਜਾ ਕੇ ਆਇਆ, ਮੋਗੇ ਵੀ ਜਾ ਕੇ ਆਇਆ, ਤੁਹਾਡੇ ਜਰੀਏ ਵੀ ਗੱਲ ਕੀਤੀ ਆ ਕਿ ਜਿੱਥੇ ਮੋਗਾ ਸੈਕਸ ਸਕੈਂਡਲਾਂ ਦਾ ਘਰ ਬਣਿਆ ਹੋਇਆ, ਉੱਥੇ ਜਿਹੜਾ ਮੋਗਾ ਗਾ ਉਹ ਲੈਂਡ ਮਾਫੀਆ ਨੇ ਜਿਹੜਾ ਹੈਗਾ ਉੱਥੇ ਬਹੁਤ ਹੱਥ ਚੁੱਕੀ ਹੋਈ ਆ। ਲੈਂਡ ਮਾਫੀਆ ਜਿਹੜਾ ਬਹੁਤ ਸਰਗਰਮਾ, ਸਾਰੇ ਅਫਸਰ ਸਾਹਿਬਾਨ, ਸਾਰੇ ਪੋਲੀਟੀਸ਼ੀਅਨ ਜਿਹੜੇ ਉੱਥੇ ਲਗਾਤਾਰ ਘਪਲੇ ਕਰ ਰਹੇ ਨੇ, ਔਰ ਸਰਕਾਰ ਦੀ ਉੱਥੇ ਦੇ ਮਾਲ ਮਹਿਕਮਾ ਦੇ ਮੰਤਰੀ ਸਾਹਿਬਾਨ ਕਾਂਗੜ ਸਾਹਿਬ ਉਸ ਜ਼ਿਲ੍ਹੇ ਦੇ ਨੇਗੇ, ਉਹਨਾਂ ਦੀ ਦੇਖ ਰੇਖ ਦੇ ਅੰਦਰ ਇਹ ਮਾਫੀਆ ਚੱਲ ਰਿਹਾ। ਕਿਉਂਕਿ ਜਿਨ੍ਹਾਂ ਅਧਿਕਾਰੀਆਂ ਦੀ ਜਾਂਚ ਨੈਸ਼ਨਲ ਹਾਈਵੇ 71 ਯਾਨੀ 71 ਦੇ ਸਮੇਂ ਜਿਹੜੇ ਪਟਵਾਰੀਆਂ ਤੇ ਜਿਹੜੇ ਕਾਨੂੰਗੋਆਂ ਤੇ ਜਿਹੜੇ ਅਫਸਰਾਂ ਤੇ ਉਂਗਲ ਚੱਕੀ ਗਈ ਸੀ, ਜਿਨ੍ਹਾਂ ਦੀ ਵਿਜੀਲੈਂਸ ਵਿਭਾਗ ਨੇ ਜਾਂਚ ਕੀਤੀ ਸੀ, ਉਹੀ ਅਧਿਕਾਰੀ ਲੱਭ ਕੇ ਲਿਆ ਕੇ ਇਸ ਰੋਡ ਦੀ ਜਦੋਂ ਲੈਂਡ ਐਕਵਾਇਰ ਹੋਣੀ ਆ ਉੱਥੇ ਲਾਏ ਗਏ, ਤਾਂ ਕਿ ਜਿਹੜੇ ਐਕਸਪਰਟ, ਜਿਹੜੇ ਘਪਲਾ ਕਰਨ ਦੇ ਮਾਹਰ, ਜਿਹੜੇ ਲੋਕਾਂ ਨੂੰ ਲੁੱਟਣ ਦੇ ਮਾਹਰ ਵਿਅਕਤੀ, ਉਹਨਾਂ ਦੇ ਸੇਵਾਵਾਂ ਯਾਨੀ ਕਿ ਇਸ ਜਦੋਂ ਜ਼ਮੀਨ ਨੰਬਰ 105B ਦੀ ਜਦੋਂ ਐਕਵਾਇਰ ਹੋਈ ਆ, ਜਦੋਂ ਇਹਦਾ ਪ੍ਰੋਸੈਸ ਸ਼ੁਰੂ ਹੋਇਆ, ਉਦੋਂ ਉਹਨਾਂ ਅਧਿਕਾਰੀਆਂ ਨੂੰ ਲਾਇਆ ਗਿਆ ਤਾਂ ਕਿ ਜਿਹੜਾ ਇਸ ਜ਼ਮੀਨ ਨੂੰ ਅੱਛੇ ਤਰੀਕੇ ਨਾਲ ਲੋਕਾਂ ਤੋਂ ਖੋਲਿਆ ਜਾਵੇ ਔਰ ਲੋਕਾਂ ਨੂੰ ਜਿਹੜਾ ਹੈਗਾ ਅੱਛੇ ਤਰੀਕੇ ਨਾਲ ਜਾਂ ਸਹੀ ਤਰੀਕੇ ਨਾਲ ਮੁਆਵਜ਼ਾ ਨਾ ਮਿਲੇ। ਸੋ ਇਹ ਬਹੁਤ ਵੱਡਾ ਸਕੈਂਡਲ ਆ। ਸੋ ਅਸੀਂ ਕੈਪਟਨ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ, ਇਸ ਲੈਂਡ ਮਾਫੀਆ ਦੀ ਜਾਂਚ ਆ ਜਿਹੜੀ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲੈਟਰ ਲਿਖਿਆ ਜਾਵੇ ਕਿ ਇਸ ਦੀ ਮਾਮਲੇ ਦੀ ਜਾਂਚ ਆ ਜਿਹੜੀ ਉਹ ਸਿਟਿੰਗ ਜੱਜ, ਹਾਈ ਕੋਰਟ ਦਾ ਜਿਹੜਾ ਮੌਜੂਦਾ ਜੱਜ ਆ ਉਹ ਜਾਂਚ ਕਰੇ, ਤਾਂ ਮੈਂ ਸਮਝਦਾ ਕਿ ਜਾ ਕੇ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ। ਨਹੀਂ ਤਾਂ ਉਹ ਉਸੇ ਤਰੀਕੇ ਜਿਵੇਂ 2017 ਤੋਂ ਪਹਿਲਾਂ ਇੱਕ ਲੈਂਡ ਮਾਫੀਆ ਪੰਜਾਬ 'ਚ ਕੰਮ ਕਰਦਾ ਸੀਗਾ, ਉਹ ਲੈਂਡ ਮਾਫੀਆ ਹੁਣ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ ਹੈਗਾ। ਉਹ ਲੈਂਡ ਮਾਫੀਆ ਨੂੰ ਨਹੀਂ, ਮੈਂ ਸਮਝਦਾ ਕੋਈ ਨਹੀਂ ਫੜ ਸਕਦਾ, ਕਿਉਂਕਿ 2017 ਤੋਂ ਪਹਿਲਾਂ ਜਿੰਨੇ ਘਪਲੇ ਹੋਏ ਉਹਨਾਂ ਸਾਰਿਆਂ ਘਪਲਿਆਂ 'ਚੋਂ ਬਚ ਗਏ। ਇਹ ਇਕੱਲੇ ਬੱਚੇ ਨੂੰ ਪਤਾ ਗਾ ਕਿ ਕਿਸ ਤਰ੍ਹਾਂ ਜਦੋਂ ਇਹ ਜ਼ਮੀਨਾਂ ਦਾ ਰਿਕਾਰਡ ਟੈਂਪਰ ਹੋ ਰਿਹਾ, ਉੱਥੇ ਜਿਹੜੇ ਛੋਟੇ ਜਿਨ੍ਹਾਂ ਦੀ 10 ਗਜ 20 ਗਜ 30 ਗਜ 40 ਗਜ ਜਾਂ ਜਿਨ੍ਹਾਂ ਦੀ ਮੈਂ ਸਮਝਦਾ 5 ਮਰਲੇ 4 ਮਰਲੇ ਜ਼ਮੀਨ ਆਉਂਦੀ ਆ, ਉਹਨਾਂ ਦਾ ਵੀ ਜਾਲੀ ਵਾ ਫਰਜ਼ੀ ਰਿਕਾਰਡ ਤਿਆਰ ਕਰਕੇ ਉੱਥੇ ਉਹਨਾਂ ਨੂੰ ਇਸ ਮੁਆਵਜ਼ਾ ਲੈਣ ਤੋਂ ਬਿਰਵੇ ਕੀਤਾ ਜਾ ਰਿਹਾ, ਵਾਂਝੇ ਕੀਤਾ ਜਾ ਰਿਹਾ। ਸੋ ਇਸ ਗੱਲ ਲਈ ਅੱਜ ਤੁਹਾਨੂੰ ਸੱਦਿਆ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਐਨੀ ਕੁਐਸਚਨ? E5 ਚੈਨਲ ਪੰਜਾਬੀ
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ